ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਪੰਜਾਬ ਦੇ ਵਿੱਚ ਵੱਖ-ਵੱਖ ਥਾਈਂ ਕਿਸਾਨਾਂ ਦੇ ਵੱਲੋਂ ਮੰਤਰੀਆਂ ਦੀ ਰਿਹਾਇਸ਼ ਦੇ ਬਾਹਰ ਦਿੱਤਾ ਗਿਆ ਧਰਨਾ। ਕਿਸਾਨਾਂ ਨੇ ਲਾਏ ਪੰਜਾਬ ਸਰਕਾਰ ਉੱਤੇ ਹੜ੍ਹ ਪੀੜਤਾਂ ਦੀ ਮਦਦ ਨਾ ਕਰਨ ਦੇ ਇਲਜ਼ਾਮ। ਜਲੰਧਰ ਦੇ ਢਿੱਲੋਂ ਭਰਾਵਾਂ ਦੀ ਖੁਦਕੁਸ਼ੀ ਦਾ ਮਾਮਲਾ ਡਿਸਮਿਸ। SHO ਨਵਦੀਪ ਸਿੰਘ ਉੱਤੇ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਇਲਜ਼ਾਮ। ਕਿਹਾ ਆਪ ਸਰਕਾਰ ਦੇ ਵੱਲੋਂ ਨਵਦੀਪ ਸਿੰਘ ਨੂੰ ਬਚਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਹੋਇਆ ਪੰਜਾਬ ਟੂਰਿਜ਼ਮ ਸਮਿਟ ਦਾ ਆਗਾਜ਼। ਦੇਸ਼ ਦੇ ਕੋਨੇ-ਕੋਨੇ ਤੋਂ ਆਏ ਨਾਮਵਰ ਮਹਿਮਾਨਾਂ ਦਾ CM ਮਾਨ ਨੇ ਕੀਤਾ ਸਵਾਗਤ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਟੂਰਿਜ਼ਮ ਸਮਿਟ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਿਟ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਅਤੇ 7 ਸਮੁੰਦਰੋਂ ਪਾਰ ਆਏ ਨਾਮਵਰ ਮਹਿਮਾਨਾਂ ਦਾ ਸਵਾਗਤ ਕੀਤਾ। ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਨੂੰ ਨੰਬਰ 1 ਦੇਸ਼ ਬਣਾਉਣਾ ਹੈ ਤਾਂ ਪੰਜਾਬ ਨੂੰ ਨੰਬਰ 1 ਬਣਾਉਣਾ ਪਵੇਗਾ। ਮੁੱਖ ਮੰਤਰੀ ਨੇ ਦੱਸਿਆ ਹੈ ਕਿ ਹੁਣ ਤੱਕ ਪੰਜਾਬ ਦੇ ਵਿੱਚ 50,840 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ। ਪੰਜਾਬ ਦੀ ਧਰਤੀ ਵਿੱਚ ਕੋਈ ਵੀ ਬੀਜ ਬੋ ਦਈਏ ਤਾਂ ਉੱਗ ਜਾਵੇਗਾ, ਪਰ ਇੱਥੇ ਨਫ਼ਰਤ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਇਹ ਸਾਡਾ ਜੇ ਦੇਸ਼ ਜਿਹੜਾ ਜੇ ਨੰਬਰ 1 ਦੇਸ਼ ਬਣਾਉਣਾ ਹੈ ਦੁਨੀਆ 'ਚ, ਉਹਦੀ ਇੱਕੋ ਇੱਕ ਛੋਟੀ ਜਿਹੀ ਸ਼ਰਤ ਹੈ, ਬਸ ਪੰਜਾਬ ਨੂੰ ਨੰਬਰ 1 ਸੂਬਾ ਬਣਾ ਦਿਓ। ਉਹ ਤੋਂ ਬਾਅਦ ਫਿਰ ਦੇਸ਼ ਨੰਬਰ 1 ਬਣੂਗਾ। ਇੰਡਸਟਰੀ ਪੱਖੋਂ, ਐਜੂਕੇਸ਼ਨ ਪੱਖੋਂ, ਹੈਲਥ ਫੈਸਿਲਿਟੀਜ਼ ਪੱਖੋਂ, ਕਲਚਰ ਪੱਖੋਂ ਕੋਈ ਕਮੀ ਨਹੀਂ। ਅਸੀਂ ਜਦੋਂ ਦੀ ਸਰਕਾਰ ਬਣੀ ਅਸੀਂ ਲੱਗੇ ਹੋਏ ਹਾਂ। ਅਸੀਂ ਹੈਲਥ ਵਾਲੇ ਪਾਸੇ ਕੰਮ ਕਰ ਰਹੇ ਹਾਂ। ਅਸੀਂ ਮੈਡੀਸਿਟੀ ਸਾਡਾ ਬਣ ਰਿਹਾ, ਤਿਆਰ ਹੋ ਰਿਹਾ। ਅਸੀਂ ਮੈਡੀਕਲ ਟੂਰਿਜ਼ਮ ਵੱਲ ਵੀ ਖਾਸ ਤੌਰ 'ਤੇ ਧਿਆਨ ਦੇ ਰਹੇ ਹਾਂ। ਅਸੀਂ ਮੈਡੀਕਲ ਕਾਲਜ ਬਣਾਵਾਂਗੇ, ਬਣ ਰਹੇ ਨੇ। ਕਪੂਰਥਲਾ ਤੇ ਹੁਸ਼ਿਆਰਪੁਰ ਸ਼ੁਰੂ ਹੋ ਚੁੱਕੇ ਨੇ। ਇੱਥੇ ਵੀ ਆ ਬਿਲਕੁਲ ਨਾਲ ਹੀ ਗੁਆਂਢ 'ਚ ਪੜੋਸ ਦੇ ਵਿੱਚ ਹੀ ਹੈ ਜਿਹੜਾ ਮੋਹਾਲੀ ਵਾਲਾ ਮੈਡੀਕਲ ਕਾਲਜ। ਇਹ ਸਾਨੂੰ ਆਈਡੀਆ ਕਿੱਥੋਂ ਆਇਆ ਕਿ 23 ਜ਼ਿਲ੍ਹੇ ਨੇ ਯਾਰ, ਲਗਭਗ ਹਰ ਜ਼ਿਲ੍ਹੇ ਨੂੰ ਕੋਈ ਨਾ ਕੋਈ ਮੈਡੀਕਲ ਕਾਲਜ ਟੱਚ ਕਰੇ। ਇਹ ਉਦੋਂ ਆਇਆ ਜਦੋਂ ਮੈਨੂੰ ਯੂਕਰੇਨ 'ਚੋਂ 350 MBBS ਦੇ ਸਟੂਡੈਂਟ ਕੱਢਣੇ ਪੈ ਗਏ ਬਾਹਰ ਉੱਥੋਂ, ਜਦੋਂ ਲੜਾਈ ਲੱਗੀ। ਅਸੀਂ ਕਿਹਾ ਯਾਰ 25 ਸਾਲ ਪਹਿਲਾਂ ਆਜ਼ਾਦ ਹੋਇਆ ਮੁਲਕ ਹੈ, ਉੱਥੇ ਜਾ ਰਹੇ ਆਪਣੇ ਬੱਚੇ MBBS ਕਰਨ। ਕਾਰਨ ਇੱਥੇ 3 ਕਰੋੜ ਲੱਗਦਾ, ਉੱਥੇ 30 ਲੱਖ ਲੱਗਦਾ। ਆਹ ਫਰਕ ਹੈ। ਅਸੀਂ ਕਿਹਾ ਯਾਰ ਕਿਉਂ ਨਹੀਂ ਅਸੀਂ ਐਜੂਕੇਸ਼ਨ MBBS ਲੈਵਲ ਦੀ ਇੱਥੇ ਨਹੀਂ ਦੇ ਪ੍ਰੋਵਾਈਡ ਕਰਾ ਸਕਦੇ, ਅਸੀਂ ਇੱਥੇ ਕਰਵਾਵਾਂਗੇ। ਇੱਥੇ ਸਾਡੇ ਪੜ੍ਹ ਕੇ ਬੱਚੇ MBBS ਕਰਨ। ਫਿਰ UPSC ਦੇ ਅਸੀਂ ਟ੍ਰੇਨਿੰਗ ਸੈਂਟਰ ਖੋਲ ਰਹੇ ਹਾਂ 8, ਔਰ ਫ੍ਰੀ ਐਜੂਕੇਸ਼ਨ, ਫ੍ਰੀ ਟ੍ਰੇਨਿੰਗ ਹੋਊਗੀ ਹਰ ਇੱਕ ਵਾਸਤੇ। ਉੱਥੇ ਹੀ ਹੋਸਟਲ ਹੋਊਗਾ ਰਹਿਣ ਵਾਸਤੇ, ਉੱਥੇ ਹੀ ਲਾਇਬ੍ਰੇਰੀ ਹੋਊਗੀ, ਕਿਉਂਕਿ ਸਿਟਿੰਗ ਬਹੁਤ ਕਰਨੀ ਪੈਂਦੀ ਹੈ UPSC ਕਲੀਅਰ ਕਰਨ ਲਈ। ਸੋ ਸਾਡੇ ਬੱਚੇ ਪੜ੍ਹਨ, IAS IPS 'ਚ ਪੂਰੇ ਦੇਸ਼ 'ਚ ਜਾ ਕੇ ਸੇਵਾ ਕਰਨ, ਕੋਈ ਪ੍ਰੋਬਲਮ ਨਹੀਂ। ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ, ਮੈਨੂੰ ਮੂੰਹ ਜ਼ਬਾਨੀ ਯਾਦ ਹੈ ਗੱਲ, ਜਦੋਂ ਤੋਂ ਅਸੀਂ ਇਨਵੈਸਟ ਪੰਜਾਬ ਸਬਮਿਟ ਕੀਤਾ। ਮੈਂ ਖੁਦ ਗਿਆ ਸੀ, ਹੈਦਰਾਬਾਦ ਵੀ ਮੈਂ ਗਿਆ, ਮੈਂ ਚੇਨਈ ਗਿਆ, ਬੈਂਗਲੌਰ ਗਿਆ, ਮੁੰਬਈ ਗਿਆ। ਮੈਂ ਸਾਰਿਆਂ ਨੂੰ ਸੱਦਾ ਪੱਤਰ ਦੇਣ ਗਿਆ ਕਿ ਆਓ ਪੰਜਾਬ 'ਚ ਆਓ। ਤਾਂ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ, ਹੁਣ ਤੱਕ 50,840 ਕਰੋੜ ਰੁਪਏ ਦਾ ਇਨਵੈਸਟਮੈਂਟ ਜਿਹੜੀ ਇੱਥੇ ਆ ਚੁੱਕੀ ਹੈ। MOU ਸਾਈਨ ਨਹੀਂ ਹੋਏ। ਮੋਹਾਲੀ ਦੇ ਵਿੱਚ ਪੰਜਾਬ ਟੂਰਿਜ਼ਮ ਸਮਿਟ ਦਾ ਆਗਾਜ਼ ਹੋ ਚੁੱਕਿਆ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਧਾਰਮਿਕ ਟੂਰਿਜ਼ਮ ਸਭ ਤੋਂ ਜ਼ਿਆਦਾ ਹੈ ਅਤੇ 1.5 ਲੱਖ ਦੇ ਕਰੀਬ ਸ਼ਰਧਾਲੂ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਰ ਗੁਣ ਦੇ ਨਾਲ ਲਬਰੇਜ਼ ਹੈ ਅਤੇ ਅਸੀਂ ਟੂਰਿਜ਼ਮ ਨੂੰ ਵਧਾਵਾ ਦੇਣ ਦੇ ਲਈ ਸਿੰਗਲ ਵਿੰਡੋ ਸਿਸਟਮ ਤਹਿਤ ਕੰਮ ਕਰਾਂਗੇ ਅਤੇ ਇਨਵੈਸਟਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। सो पंजाब अपने जो नए दरवाजे हैं, नए डोर्स वो खोल रहा है। जितने भी इन्वेस्टर्स हमको सुन रहे हैं, एक फ्रेंडली गवर्नमेंट है। CM साहब टूरिज्म को आगे लेके जाने के लिए दिन रात मेहनत कर रहे हैं और एक ईमानदार सरकार। इसकी पंजाब की हवा में ईमानदारी है, श्रद्धा है, देशभक्ति है
और हमारे पास नेचर की कोई कमी नहीं है। पठानकोट से लेके इसको मिनी गोवा बोला जाता है। आप जाओगे, ब्लू वाटर, लश ग्रीन लैंड, क्या खूबसूरत वादियां। पठानकोट को हम पूरे का पूरा एडवेंचर एंड वाटर टूरिज्म के क्षेत्र में बहुत आगे लेके जाने वाले हैं। पॉलिसीज रेडी हैं, पॉलिसीज लॉन्च हो चुकी हैं। इको टूरिज्म अभी हमारा मेन फोकस है कि पंजाब में जितने पठानकोट से लेके होशियारपुर नेचर से भरा हुआ है, लेक्स, डैम्स, रंजीत सागर डैम इन पठानकोट, आप आगे आओगे रोपड़, आनंदपुर साहिब, न्यू चंडीगढ़, सिसमा डैम, मिर्जापुर डैम। सो पंजाब में ना तो नदियों की कमी है, ना पहाड़ों की कमी है, ना जंगलों की कमी है, लेकिन पॉलिसीज नहीं थी पहले। अभी हम इस जो हमारा इको टूरिज्म है, एडवेंचर टूरिज्म है, वाटर टूरिज्म है, इसमें अपने जो डोर्स हैं गवर्नमेंट ओपन कर रही है। सीएम साहब पर्सनली जो इसके लिए प्लान्स, एफर्ट्स पुट कर रहे हैं, और इन्वेस्ट पंजाब का हमारा सिंगल विंडो टूरिज्म के साथ साथ मेरे पास इन्वेस्ट पंजाब डिपार्टमेंट भी है। सो हम लोग सिंगल विंडो सिस्टम है, जैसे डीपीएस खरबंदा जी ने आपको अभी बताया कि सिंगल विंडो पे हम सारी क्लियरेंस देते हैं। आप ये नहीं सोचना कि फॉरेस्ट की क्लियरेंस नहीं मिलेगी, ये हमारी टेंशन है। हम पर्सनली हेडेक लेंगे, कोई सरकार का बंदा आपको, इन्वेस्टर को बॉदर नहीं करेगा। आप आइए, बताइए कहां पे कौन सा प्रोजेक्ट लगाना है। सीएम साहब के स्ट्रिक्ट इंस्ट्रक्शंस है कि इन्वेस्टर परेशान नहीं होना चाहिए। और ये नई सरकार है, नई सोच है, यंग जनरेशन की सरकार है। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਥਾਈਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਮੰਤਰੀਆਂ ਦੀ ਰਿਹਾਇਸ਼ ਅੱਗੇ 3 ਦਿਨ ਧਰਨਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਇਹ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਨੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਉੱਤੇ ਹੜ੍ਹ ਪੀੜਤਾਂ ਦੀ ਕੋਈ ਮਦਦ ਨਾ ਕਰਨ ਦਾ ਇਲਜ਼ਾਮ ਲਾਇਆ। ਨੋਟੰਕੀ ਕਰ ਰਿਹਾ ਸਾਡਾ ਜਿਹੜਾ ਮੁੱਖ ਮੰਤਰੀ ਹੈ, ਉਹ ਪਜਾਮੇ ਟੰਗ ਕੇ ਔਰ ਥੋੜ੍ਹੇ ਜਿਹੇ ਪਜਾਮੇ ਲਵੇੜ ਕੇ ਲੋਕਾਂ ਨੂੰ ਵਿਖਾਉਂਦਾ ਹੈ। ਇਹ ਸਰਕਾਰ ਜਿਹੜੀ ਹੈ ਸ਼ਕੂਬਾਬਾਜ਼ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਹੁਣ ਤੁਸੀਂ ਵੇਖੋ ਕਿ ਪੰਜਾਬ ਦੇ ਆਮ ਲੋਕ ਸੋਚਣਗੇ ਕਿ ਕਿਸਾਨ ਤਾਂ ਸ਼ਾਇਦ ਕਿਸਾਨਾਂ ਨੂੰ ਕੰਮ ਇਹ ਹੈ। ਅਸੀਂ ਭਾਈ ਤੁਹਾਡੀ ਸਾਰੇ ਪੰਜਾਬ ਦੀ ਲੜਾਈ ਲੜ ਰਹੇ ਹਾਂ। ਅੱਜ ਹਾਲਾਤ ਕੀ ਹੋਏ ਨੇ, ਅੱਜ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਕੀਤੇ ਨੇ, ਜੇ 80% ਬਾਹਰੋਂ ਕਰ ਲਏ ਨੇ। ਅੱਜ ਹਾਲਾਤ ਇਹ ਨੇ, ਮਾਨਸਾ ਦੇ ਵਿੱਚ ਇੱਕ ਲੈਟਰ ਆਈ ਹੈ ਜਿਹਦੇ ਵਿੱਚ 7 ਸਬ ਇੰਸਪੈਕਟਰ ਭਰਤੀ ਕੀਤੇ ਨੇ, ਜਿਨ੍ਹਾਂ 'ਚੋਂ ਇੱਕ ਪੰਜਾਬ ਦਾ ਹੈ ਤੇ 6 ਹਰਿਆਣੇ ਦੇ। ਇਹ ਸ਼ਕੂਬੇਬਾਜ਼ ਜਿਹੜਾ ਮੁੱਖ ਮੰਤਰੀ ਹੈ, ਉਹ ਕਹਿੰਦਾ ਹੈ ਕਿ ਜੇ ਬਾਹਰਲਿਆਂ ਦੇਸ਼ਾਂ ਦੇ ਵਿੱਚ ਸਾਡਾ ਕੋਈ ਨੌਜਵਾਨ ਪੱਕਾ ਹੁੰਦਾ ਫਿਰ ਬੜੀਆਂ ਤਾੜੀਆਂ ਵਜਾਉਂਦੇ ਨੇ। ਭਾਈ ਤੂੰ ਤਾਂ ਕਹਿੰਦਾ ਸੀ ਬਾਹਰੋਂ ਇੱਥੇ ਲੈ ਕੇ ਆਉਣੇ ਆ, ਹੁਣ ਤੂੰ ਇਹ ਕਹਿ ਰਿਹਾ ਕਿ ਤੁਸੀਂ ਬਾਹਰ ਜਾਓ ਤਾਂ ਤੂੰ ਇੱਥੇ ਬਾਦਰ ਸਟੇਟ ਦੇ ਲੈ ਕੇ ਆਉਣੇ ਆ, ਇੱਥੇ ਹਰਿਆਣੇ ਦੇ ਲਿਆਏਗਾ, ਯੂਪੀ ਦੇ ਲਿਆਏਗਾ। ਇਹ ਕੇਂਦਰ ਦੇ ਇਸ਼ਾਰੇ ਤੇ ਕੰਮ ਕਰਨਾ ਬੰਦ ਕਰ ਦੇਵੇ। ਸੋ ਇਹ ਜਿਹੜਾ ਐਸਕੇਐਮ ਪੰਜਾਬ ਜਾਂ ਐਸਕੇਐਮ ਸਾਡਾ ਭਾਰਤ ਦਾ ਪੂਰਾ ਸੰਯੁਕਤ ਕਿਸਾਨ ਮੋਰਚਾ ਇਸ ਤੇ ਡਟ ਕੇ ਲੜੇਗਾ। ਔਰ ਇਹ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ, ਇਹਨੂੰ ਚਲਦਾ ਕਰੇਗਾ ਇੱਥੋਂ। ਇਹਦੇ ਹਾਲਾਤ ਇਦਾਂ ਦੇ ਕਰ ਦਿਆਂਗੇ, ਪਿੰਡਾਂ 'ਚ ਬਣਨਾ ਬੰਦ ਕਰ ਦਿਆਂਗੇ ਇਹਦਾ, ਕਿਉਂਕਿ ਲੋਕਾਂ ਨਾਲ ਝੂਠ ਬੋਲ ਰਿਹਾ, ਪਜਾਮੇ ਟੰਗ ਕੇ ਨੋਟੰਕੀ ਕਰ ਰਿਹਾ। ਕਦੇ ਕਹਿੰਦਾ ਮੈਂ ਕੁਕੜੀ ਦੇ ਦੇਵਾਂਗਾ, ਕਦੇ ਬੱਕਰੀ ਦੇ ਦੇਵਾਂਗਾ, ਤੇ ਮੁਆਵਜ਼ਾ ਕਿਸੇ ਨੂੰ ਇੱਕ ਟਕਾ ਨਹੀਂ। ਲੋਕਾਂ ਨੇ ਕੁਝ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਕੁਝ ਜਥੇਬੰਦੀਆਂ ਨੇ ਜਾ ਕੇ ਬਾਂਹ ਫੜੀ ਹੜ੍ਹ ਪੀੜਤ ਏਰੀਏ 'ਚ, ਇਸ ਨੇ 1 ਰੁਪਈਆ ਨਹੀਂ ਹਾਲੇ ਤੱਕ ਦਿੱਤਾ। ਸੋ ਅੱਜ ਉਸੇ ਜਿਹੜੀ ਕਾਲ ਦੇ ਤਹਿਤ ਜਿਹੜਾ ਬ੍ਰਹਮ ਸ਼ੰਕਰ ਜਿੰਪਾ ਹੁਸ਼ਿਆਰਪੁਰ ਦਾ ਕੈਬਨਿਟ ਮੰਤਰੀ ਹੈ, ਵਜ਼ੀਰ ਹੈ, ਇਹਦਾ ਘਰ ਘੇਰਿਆ। 3 ਦਿਨ ਲਗਾਤਾਰ ਨਿਰੰਤਰ ਇਹ ਧਰਨਾ ਐਸਕੇਐਮ ਦੀ ਕਾਲ ਤੇ ਚੱਲੇਗਾ। ਦਿਨ ਰਾਤ ਸਾਥੀ ਇੱਥੇ ਰਹਿਣਗੇ। ਆ ਟਰਾਲੀਆਂ ਵੀ ਆ ਗਈਆਂ, ਟੈਂਟ ਵੀ ਲੱਗ ਗਿਆ ਤੇ ਲੰਗਰ ਪਾਣੀ ਵੀ ਇੱਥੇ ਆਏਗਾ। ਸਾਰੀ ਸੰਗਤ ਇੱਥੇ ਰਹੇਗੀ। 3 ਦਿਨ ਨਿਰੰਤਰ ਇਹ ਧਰਨਾ ਜਿਹੜਾ ਪ੍ਰਦਰਸ਼ਨ ਚੱਲੇਗਾ। ਸਾਰੀ ਗੱਲਾਂ ਬਾਤਾਂ ਦੀ ਹੈ, ਇਹ ਗੱਲਾਂ ਬਾਤਾਂ ਕਰਦੀਆਂ ਸਿੱਖਿਆ ਹੋਇਆ ਸਾਡਾ ਮੁੱਖ ਮੰਤਰੀ, ਉਹਦੇ ਵਜ਼ੀਰ ਵੀ ਸਿੱਖ ਗਏ ਨੇ ਨਾਲ, ਉਹਦਾ ਟੋਲਾ ਸਾਰਾ ਇੱਕੋ ਰਲਿਆ, ਠੱਗਾਂ ਦਾ ਟੋਲਾ। ਇਹ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦੇ ਨੇ, ਕੰਮ ਟਕਾ ਨਹੀਂ ਕਰਦੇ। ਅਸੀਂ ਕੰਮ ਵੀ ਲੈਣਾ, ਉਹਦਾ ਰਿਜ਼ਲਟ ਵੀ ਲੈਣਾ। ਇਹ ਗੱਲਾਂ ਭਰਮਾ ਕੇ ਸਾਨੂੰ ਕਹਿ ਦੇਣ ਵੀ ਤੁਸੀਂ ਆਏ ਜੀ, ਵਾਹ ਬਹੁਤ, ਤੁਸੀਂ ਚਲੇ ਜਾਓ। ਹੁਣ ਇੱਦਾਂ ਨਹੀਂ ਜਾਣਾ। ਲੋਕਾਂ ਦੇ ਵਾਸਤੇ ਜਿਹੜਾ ਅਸੀਂ ਮੰਗ ਕੀਤੀ ਹੈ ਮੁਆਵਜ਼ੇ ਦੀ, ਮੁਆਵਜ਼ਾ ਲੈ ਕੇ ਦੇਵਾਂਗੇ। ਚਾਹੇ ਕਿਸੇ ਮਜ਼ਦੂਰ ਦਾ ਘਰ ਟਿੱਟਿਆ, ਉਹਨੂੰ ਵੀ ਮੁਆਵਜ਼ਾ ਲੈ ਕੇ ਦੇਵਾਂਗੇ। ਢਿੱਲੋਂ ਭਰਾਵਾਂ ਦੇ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਪੁਲਿਸ ਵਾਲੇ ਅਜੇ ਵੀ ਗ੍ਰਿਫਤ ਤੋਂ ਬਾਹਰ ਨੇ। ਇਸ ਸੰਬੰਧੀ ਅੱਜ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਹੈ ਕਿ ਢਿੱਲੋਂ ਭਰਾਵਾਂ ਨੂੰ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕਰਨ ਵਾਲੇ ਡਿਸਮਿਸ ਥਾਣੇਦਾਰ ਨਵਦੀਪ ਸਿੰਘ ਨੂੰ ਕੋਈ ਹੋਰ ਨਹੀਂ ਸਗੋਂ ਸਥਾਨਕ ਵਿਧਾਇਕ ਬਚਾ ਰਿਹਾ ਹੈ। ਇਸ ਮੌਕੇ ਮਜੀਠੀਆ ਨੇ ਸਸਪੈਂਡ ਥਾਣੇਦਾਰ ਦੀ ਪਤਨੀ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਵੀ ਝੂਠਾ ਕਰਾਰ ਦਿੱਤਾ। ਕਿੱਡੀ ਤਾਕਤ ਹੈ ਕਿ ਉਹ ਆਪ ਦੀ ਬਦਲੀ, ਕਮਿਸ਼ਨਰ ਬਦਲ ਜਾਂਦੇ ਆ, ਐਸਪੀ ਬਦਲ ਜਾਂਦੇ ਆ, ਮਗਰ ਨਵਦੀਪ ਸਿੰਘ ਨੂੰ ਕੋਈ ਤਾਕਤ ਹਿਲਾ ਨਹੀਂ ਸਕਦੀ।
ਹੁਣ ਤੁਸੀਂ ਵੀ ਸਿਆਣੇ ਹੋ ਕਿ ਨਵਦੀਪ ਸਿੰਘ ਦੇ ਮਗਰ ਇਹ ਜੀ ਤਾਕਤ ਕੌਣ ਹੈ। ਔਰ ਮੈਂ ਸਪਸ਼ਟ ਤੌਰ ਤੇ ਜਿਹੜੇ ਮੈਂ ਥਾਣੇ ਕੱਢੇ ਆ ਉਹਦੇ 'ਚ ਸਪਸ਼ਟ ਤੌਰ ਤੇ ਇੱਕ ਗੱਲ ਸਾਹਮਣੇ ਹੋ ਕੇ ਆਉਂਦੀ ਹੈ ਕਿ ਰਮਨ ਅਰੋੜਾ ਦੀ ਉਹਦੇ ਤੇ ਬਹੁਤ ਵੱਡੀ ਮਿਹਰਬਾਨੀ ਹੈ, ਨਹੀਂ ਤੇ ਇਹ ਬੰਦਾ ਤਾਂ ਕਦੋਂ ਦਾ ਡਿਸਮਿਸ ਹੋ ਜਾਂਦਾ। ਬਾਲ ਹੋਇਆ ਹੋਇਆ 5 ਸਾਲ 3 ਸਾਲ ਜਾਂ 5 ਸਾਲ ਇਹ ਬਾਹਰ ਆਸਟ੍ਰੇਲੀਆ ਵੀ ਚਲੇ ਗਿਆ, ਆਸਟ੍ਰੇਲੀਆ ਤੋਂ ਵੀ ਡਿਪੋਰਟ ਹੋਇਆ ਹੋਇਆ, ਕਿਉਂਕਿ ਇਹਦੇ 'ਚ ਨੁਕਸ ਹਰ ਤਰੀਕੇ ਦਾ ਹੀ ਹੈ। ਇਹ ਕੀ ਕਹਿ ਰਿਹਾ, ਇਹ ਤੇ ਇਲਜ਼ਾਮ ਲਾ ਰਿਹਾ, ਕਹਿੰਦੇ ਜੀ ਜੇ ਇਹ 2 ਬੰਦਿਆਂ ਨੂੰ ਲਾਪਤਾ ਕਰ ਸਕਦਾ ਹੈ ਤੇ ਮੇਰੇ ਹਸਬੰਡ ਨੂੰ ਵੀ ਲਾਪਤਾ ਕਰ ਸਕਦਾ ਹੈ। ਭੈਣ ਜੀ ਜੇ ਤੁਹਾਡਾ ਹਸਬੰਡ ਲਾਪਤਾ ਹੈ ਤੇ ਉਹਦੀ ਬੇਲ ਕਿਵੇਂ ਲੱਗ ਗਈ ਕਪੂਰਥਲੇ ਅੱਜ? ਉਹ ਕਿਹਨੇ ਘੁੱਗੀ ਮਾਰਤੀ ਉੱਥੇ ਜਾ ਕੇ? ਇਹ ਤਾਂ ਪਹਿਲੀ ਵਾਰੀ ਵੇਖਣ ਨੂੰ ਪਤਾ ਲਾਪਤਾ ਬੰਦੇ ਵੀ ਘੁੱਗੀਆਂ ਮਾਰੀ ਜਾਂਦੇ। ਇੱਕ ਹੋਰ ਪੁਲਿਸ ਦਾ ਅਫਸਰ ਜਿਹੜਾ ਇੱਥੇ ਤੈਨਾਤ ਹੈ ਰਮਨ ਅਰੋੜਾ ਔਰ ਉਹਦਾ ਪੀਏ ਸੱਚੋ ਰੋਹਿਤ ਕਪੂਰ ਦੀ ਫੋਟੋ ਖਾਈ। ਆ ਰੋਹਿਤ ਕਪੂਰ ਦੇ ਨਾਲ ਤਾਂ ਨਾਲ ਹੀ ਆਉਂਦਾ ਆਹ ਇਹਦੀ ਤਾਂ ਸਾਹਾਂ 'ਚ ਸਾਹ ਨਵਦੀਪ ਸਿੰਘ ਵਸਦਾ ਇਹਦੀ। ਹੁਣ ਰੋਹਿਤ ਕਪੂਰ ਜੀ ਸਾਰੀ ਫੇਸਬੁੱਕ ਤਾਂ ਕਰਤੀ ਡਿਲੀਟ। ਤੁਸੀਂ ਵੇਖੋ ਇਹ ਜਿਹੜੇ ਸਾਡੇ ਵਰਗੇ ਸਿਆਸੀ ਬੰਦੇ ਹੁੰਦੇ ਨਾ ਫਾਟੂਆਂ ਲਵਾਉਣ ਦੇ ਬੜੇ ਭੁੱਖੇ ਜੇ ਹੁੰਦੇ ਆ, ਇਹਨੇ ਡਿਲੀਟ ਹੀ ਕਰਤੀ ਪਿਓ ਦੇ ਪੁੱਤ ਨੇ ਕਿ ਮੇਰੀ ਫੋਟੋ ਨਾ, ਕਿਉਂਕਿ ਸਾਰੀਆਂ ਫੋਟੋ ਸੁੱਤੇ ਦੀਆਂ, ਜਾਗਦੇ ਦੀਆਂ, ਗਲਬਕੜੀ ਪਾਉਂਦੇ ਦੀਆਂ, ਜੱਫੀਆਂ ਦੀਆਂ, ਪੱਪੀਆਂ ਦੀਆਂ ਸੀਨ ਹੋਰ ਕਿਸੇ ਨਾਲ ਨਹੀਂ ਸੀ। ਉਹਨੇ ਚੱਕ ਕੇ ਸਾਰਾ ਕੁਝ ਡਿਲੀਟ ਮਾਰਤਾ ਕਿ ਭਾਈ ਮੇਰਾ ਨਾ ਕੋਈ ਪ੍ਰੂਫ ਲੱਭ ਜੇ। ਮਗਰ ਇਹ ਹੈ ਕੌਣ ਕਪੂਰ ਸਾਹਿਬ ਪਤਾ ਤੁਹਾਨੂੰ ਜੀ? ਹਾਂਜੀ, ਉਹ ਭੰਡਾਰੀ ਵੇਲੇ ਤਾਂ ਮੈਨੂੰ ਲੱਗਦਾ ਠੀਕ ਸੀ, ਮਗਰ ਹੁਣ ਗੜਬੜ ਹੋ ਗਈ ਹੈ। ਹੁਣ ਕਿਹਦੇ ਨਾਲ ਹੈ? ਹਾਂ, ਇਹ ਰਮਨ ਅਰੋੜੇ ਤੋਂ ਕੀ ਕਰਾਉਂਦੇ ਨੇ ਇਹ? ਢਿੱਲੋਂ ਭਰਾਵਾਂ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਘਟਨਾ ਨੂੰ ਕਈ ਹਫ਼ਤੇ ਬੀਤ ਚੁੱਕੇ ਨੇ, ਪਰ ਅਜੇ ਤੱਕ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਤੇ ਨਾ ਹੀ ਕੋਈ ਸਥਾਨਕ ਆਮ ਆਦਮੀ ਪਾਰਟੀ ਦਾ ਲੀਡਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਹੈ ਅਤੇ ਪੀੜਤ ਪਰਿਵਾਰ ਦੇ ਨਾਲ ਅਜਿਹਾ ਵਿਵਹਾਰ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਸਰਕਾਰ ਦੀ ਇਸ ਬੇਰੁਖੀ ਉੱਤੇ ਵੀ ਅੱਜ ਪਰਿਵਾਰ ਦੇ ਵਿੱਚ ਕਾਫੀ ਰੋਸ ਨਜ਼ਰ ਆਇਆ ਅਤੇ ਉਹਨਾਂ ਰੱਜ ਕੇ ਸਰਕਾਰ ਨੂੰ ਲਾਹਨਤਾਂ ਪਾਈਆਂ। ਵੀ ਇੰਨੇ ਦਿਨ ਤੋਂ ਇੱਥੇ ਕੋਈ ਪੋਲਿਟਿਕਸ ਸਾਡੇ ਨਾਲ ਕੋਈ ਨਹੀਂ ਹੋਈ, ਨਾ ਅੱਜ ਆ ਨਾ ਅੱਗੇ ਹੋਏਗੀ। ਬਟ ਮੈਂ ਫਿਰ ਵੀ ਰਮਨ ਅਰੋੜਾ ਜੀ ਨੂੰ, ਸ਼ੀਤਲ ਅੰਗਰਾਲ ਜੀ ਨੂੰ ਬੇਨਤੀ ਕਰਨਾ ਚਾਹੁੰਦਾ, ਇੰਨੇ ਦਿਨ ਹੋ ਗਏ, ਸੰਸਕਾਰ ਵੀ ਹੋ ਗਿਆ, ਤੁਹਾਡੇ ਤੋਂ ਅਜੇ ਵੀ ਆਪਣੇ ਪੈਰ ਆਪਣੇ ਘਰ ਤੋਂ ਪੱਟੇ ਨਹੀਂ ਗਏ। ਹੁਣ ਤਾਂ ਸਾਡੇ ਪਰਿਵਾਰ ਨਾਲ ਆ ਕੇ, ਜਤਿੰਦਰਪਾਲ ਸਿੰਘ ਢਿੱਲੋਂ ਦੇ ਘਰ ਆ ਕੇ ਹੁਣ ਤਾਂ ਦੁੱਖ ਕਰ ਸਕਦੇ ਹੋ। ਤੁਸੀਂ ਤਾਂ ਸਾਨੂੰ ਸਿੱਧਾ ਐਕਸ਼ਨ ਦਿੰਦੇ ਹੋ ਵੀ ਸਾਡੇ ਤੇ ਇਲਜ਼ਾਮ ਲਾਓ, ਕਿਉਂ ਨਾ ਅਸੀਂ ਬੋਲੀਏ। ਅੱਜ ਸਾਨੂੰ ਮਜਬੂਰੀ 'ਚ ਬੋਲਣਾ ਪੈ ਰਿਹਾ। ਉਸ ਤੋਂ ਪਹਿਲਾਂ ਇੱਕ ਵੀ ਦਿਨ ਅਸੀਂ ਇਹਨਾਂ ਦੇ ਬਾਰੇ, ਸਰਕਾਰ ਬਾਰੇ ਕੋਈ ਗੱਲ ਨਹੀਂ ਕੀਤੀ। ਮੇਰੀਆਂ ਪੁਰਾਣੀਆਂ ਬਾਈਟਸ ਤੁਸੀਂ ਕੱਢ ਸਕਦੇ ਹੋ ਜਿਹਦੇ ਵਿੱਚ ਮੈਂ ਬੇਨਤੀ ਕੀਤੀ ਹੈ, ਸਰ ਸਾਨੂੰ ਮੌਕਾ ਨਾ ਦਿਓ ਬੋਲਣ ਦਾ, ਸਾਡੇ ਘਰ ਪਹੁੰਚੋ ਤੁਸੀਂ। ਅੱਜ ਵੀ ਇੰਨੇ ਦਿਨ ਹੋਣ ਦੇ ਬਾਵਜੂਦ ਵੀ ਕਿ ਇਹਨਾਂ ਦਾ ਕੋਈ ਆਪ ਨੂੰ ਇਹਨਾਂ ਦਾ ਆਪਦਾ ਫਰਜ਼ ਨਹੀਂ ਬਣਦਾ। ਇਨਸਾਨੀਅਤ ਮਰ ਗਈ ਇਹਨਾਂ ਦੇ ਵਿੱਚੋਂ। ਕਮ ਸੇ ਕਮ ਇਹਨਾਂ ਨੂੰ ਸਾਡੇ ਘਰ ਅੱਜ ਤਾਂ ਆਉਣਾ ਚਾਹੀਦਾ। ਮੈਂ ਅੱਜ ਵੀ ਬੇਨਤੀ ਕਰਦਾ, ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਅਗਰ ਕੋਈ ਸ਼ਰਮ, ਅਗਰ ਕੋਈ ਜਲਾਲਤ ਬਚੀ ਹੈ ਇਹਨਾਂ ਦੇ ਵਿੱਚ, ਸਾਰੀ ਪਾਰਟੀ ਦੇ ਵਿੱਚ, ਅੱਜ ਉਹ ਸਾਡੇ ਘਰ ਆਣ, ਅਸੀਂ ਫਿਰ ਇਹਨਾਂ ਨੂੰ ਮਾਫ ਕਰ ਦਾਂਗੇ ਵੀ ਚਲੋ ਦੇਰ ਆਏ ਦਰੁਸਤ ਆਏ, ਤੁਹਾਨੂੰ ਕਮ ਸੇ ਕਮ ਸ਼ਰਮ ਤਾਂ ਆਈ। ਅੱਜ ਸ਼ਰਮ ਦੇ ਨਾਤੇ ਸਾਡੇ ਘਰ ਚਰਨ ਪਾ ਲਿਓ, ਇੰਨਾ ਕਸ਼ਟ ਕਰ ਲਿਓ। ਮੈਂ ਇਹੀ ਬੇਨਤੀ ਕਰਦਾ, ਹੁਣ ਤੱਕ ਅਸੀਂ ਬਿਲਕੁਲ ਨਹੀਂ ਬੋਲੇ, ਨਾ ਅਸੀਂ ਜ਼ਰੂਰਤ ਸਮਝਦੇ ਅਸੀਂ ਬੋਲਣੀ, ਕਿਉਂਕਿ ਇੱਥੇ ਕੋਈ ਪੋਲਿਟਿਕਸ ਨਹੀਂ ਹੈ। ਇੱਥੇ ਜਸਟਿਸ ਸਾਡੇ ਭਰਾਵਾਂ ਦਾ ਆ, ਉਹ 2 ਜੀ ਘਰੋਂ ਚਲੇ ਗਏ। ਤੁਹਾਨੂੰ ਸਾਰੇ ਸ਼ਹਿਰ ਨੂੰ ਦੁੱਖ ਹੋਣਾ ਚਾਹੀਦਾ ਸੀ। ਹੁਣ ਤੱਕ ਤਾਂ ਸਾਨੂੰ ਇੱਥੇ ਆਉਣਾ ਚਾਹੀਦਾ ਸੀ, ਲੋਕਾਂ ਨੂੰ ਸਾਡੇ ਘਰ ਅਪਰੋਚ ਕਰਨੀ ਚਾਹੀਦੀ ਸੀ। ਸਾਡੇ ਨਾਲ ਕਰਦੇ ਵੀ ਆ, ਆਪੋਜੀਸ਼ਨ ਸਾਰੀ ਪਹੁੰਚ ਗਈ, ਹਰ ਪਾਰਟੀ ਸਾਡੇ ਘਰ ਪਹੁੰਚ ਗਈ ਆ। ਕਿ ਆਪ ਸਰਕਾਰ ਨੂੰ ਇੰਨਾ ਨਹੀਂ ਆਪਣੀ ਜ਼ਰੂਰਤ ਸਮਝਦੇ ਵੀ ਸਾਡੇ ਘਰ ਪਹੁੰਚ ਜਾਣ। ਸਾਡੀ ਹੁਣ ਵੀ ਇਹੀ ਬੇਨਤੀ ਆ, ਆਪਣੇ ਅੰਦਰ ਦਾ ਜ਼ਮੀਰ ਜਗਾਓ, ਥੋੜੀ ਸ਼ਰਮ ਨੂੰ ਹੱਥ ਮਾਰੋ, ਅੱਜ ਸਾਡੇ ਘਰ ਆ ਜਾਓ। ਸਾਡੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ, ਸਾਨੂੰ ਹੋਰ ਮੌਕਾ ਨਾ ਦਿਓ। ਸਰਕਾਰਾਂ ਆਉਣੀਆਂ ਜਾਣੀਆਂ ਨੇ, ਅਫਸਰ ਬਦਲਦੇ ਰਹਿਣੇ ਆ। ਕਮ ਸੇ ਕਮ ਸਾਡਾ ਹਾਂ ਦਾ ਨਾਰਾ ਮਾਰਦੇ, ਸਾਡੇ ਨਾਲ ਸਾਡਾ ਸਾਥ ਤਾਂ ਦਿਓ ਕਮ ਸੇ ਕਮ। ਸਾਨੂੰ ਕਿਉਂ ਤੁਸੀਂ ਮਜਬੂਰ ਕਰਦੇ ਹੋ ਬੋਲਣ? ਨਹੀਂ, ਅਸੀਂ ਬੋਲਣਾ ਨਹੀਂ ਸੀ ਚਾਹੁੰਦੇ, ਤੁਸੀਂ ਸਾਨੂੰ ਮਜਬੂਰ ਕੀਤਾ ਇਸ ਸਥਾਨ ਤੇ ਲਿਆਉਣ ਲਈ। ਮਜੀਠਾ ਸਾਹਿਬ ਦਾ ਧੰਨਵਾਦ ਕਰਦੇ ਆ, ਜਿੰਨੇ ਫੈਕਟ ਤੁਹਾਡੇ ਸਾਹਮਣੇ ਰੱਖੇ ਆ। ਤੁਸੀਂ ਆਪਣੇ ਬਾਰੇ ਵੀ ਵੈਰੀਫਾਈ ਕਰ ਸਕਦੇ ਹੋ। ਕੁਛ ਨਾ ਕੁਛ ਤਾਂ ਦਾਲ ਚ ਕਾਲਾ ਹੈਗਾ, ਕੁਛ ਨਾ ਕੁਛ ਤਾਂ ਉਹਨਾਂ ਦੇ ਅੰਦਰ ਚੋਰ ਆ। ਵੀ ਜਿਹੜਾ ਕਿਹੜਾ ਉਹਨਾਂ ਨੇ, ਸੀਐਮ ਸਾਹਿਬ ਨੇ ਰੋਕਿਆ ਵੀ ਤੁਸੀਂ ਨਹੀਂ ਜਾਣਾ, ਕਿਹੜੇ ਵੱਡੇ ਅਫਸਰਾਂ ਨੇ, ਕਿਹੜੇ ਵੱਡੇ ਮਿਨਿਸਟਰਾਂ ਨੇ ਉਹਨਾਂ ਨੂੰ ਰੋਕ ਲਾਈ ਆ। ਤੁਸੀਂ ਜਤਿੰਦਰਪਾਲ ਸਿੰਘ ਢਿੱਲੋਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਗਏ।
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸੂਬੇ ਦੇ ਵਿੱਚੋਂ ਨਸ਼ਾ ਰੋਕਣ ਲਈ ਬੁਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ ਤੇ ਜਦੋਂ ਲੋਕ ਪੁਲਿਸ ਤੋਂ ਆਸ ਛੱਡ ਕੇ ਖੁਦ ਹੀ ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾ ਕੇ ਕੰਮ ਕਰ ਰਹੇ ਨੇ ਤਾਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਗੱਲ ਕਰਦੇ ਹਾਂ ਸਿਧਾਣਾ ਪਿੰਡ ਦੀ, ਜਿੱਥੇ ਕਿ ਬੀਤੀ ਰਾਤ ਕੁਝ ਬਦਮਾਸ਼ਾਂ ਨੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦਾ ਕਤਲ ਕਰ ਦਿੱਤਾ। ਇਸ ਮਾਮਲੇ ਦੇ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਥਾਣੇ ਪਹੁੰਚੇ, ਜਿੱਥੇ ਉਹਨਾਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟੀ ਨਜ਼ਰ ਨਹੀਂ ਦਿਖਾਈ। ਪਹਿਲੀ ਗੱਲ ਤਾਂ ਅਸੀਂ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਲਗਾਤਾਰ ਸੀਸੀਟੀਵੀ ਫੁਟੇਜ ਚਲਾ ਕੇ ਕਿਹਾ ਜਾ ਰਿਹਾ ਕਿ ਇਹਨੂੰ ਮਾਰਨ ਵਾਲੇ ਕੋਈ ਹੋਰ ਹੈ ਜੀ। ਇਹ ਹਲੇ ਜਾਂਚ ਦਾ ਵਿਸ਼ਾ ਹੈ। ਇਹ ਜਾਂਚ ਪੜਤਾਲ ਕਿਹਨੇ ਕਰਨੀ ਹੈ, ਇਨਵੈਸਟੀਗੇਸ਼ਨ ਕਿਹਨੇ ਕਰਨੀ ਹੈ, ਪੁਲਿਸ ਨੇ ਕਰਨੀ ਹੈ। ਇਹ ਸੀਸੀਟੀਵੀ ਵੀ ਉਹਨਾਂ ਕੋਲੇ ਆ, ਉਹਨਾਂ ਨੇ ਰਾਤ ਇਹ ਜਿਹੜਾ ਮੀਡੀਆ ਤੇ ਚਲਾਈ ਹੈ, ਜਾਣੀ ਕਿ ਇਸ ਕਹਾਣੀ ਨੂੰ ਇੱਕ ਨਵਾਂ ਮੋੜ ਆ ਵੀ ਉਹਨਾਂ ਨੇ ਨਹੀਂ ਮਾਰਿਆ ਜੀ, ਇਹਨਾਂ ਨੇ ਮਾਰਿਆ, ਫਲਾਣਾ ਨੇ ਮਾਰਿਆ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਰਕਾਰ ਨੂੰ ਸਵਾਲ ਕਰਨਾ ਚਾਹੁੰਦੇ ਹਾਂ, ਪ੍ਰਸ਼ਾਸਨ ਨੂੰ ਕਰਨਾ ਚਾਹੁੰਦੇ ਹਾਂ, ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਇਨਸਾਨ ਦਾ ਕਤਲ ਹੋਇਆ ਉਹ ਕੱਲਾ ਉਹਦੇ ਘਰ ਵਾਲੀ ਹੈ ਨਹੀਂ, 11-12 ਸਾਲ ਦਾ ਇੱਕ ਮੁੰਡਾ ਹੈ, ਰੋਟੀ ਵੀ ਘਰੇ ਉਹੀ ਲਾਉਂਦਾ ਸੀ ਉਹਨੂੰ, ਸਕੂਲ ਵੀ ਨਵਾ ਕੇ ਉਹੀ ਤੋਰਦਾ ਸੀ ਉਹਨੂੰ, ਤੇ ਜਦੋਂ ਉਹ ਪਹਿਰੇ ਤੇ ਗਿਆ ਰਾਤ ਨੂੰ ਆਪਣੇ ਘਰੇ ਜਿੰਦਾ ਲਾ ਕੇ ਗਿਆ। ਜਵਾਕ ਨੂੰ ਘਰੇ ਪਾ ਕੇ ਅੰਦਰ ਕਮਰੇ 'ਚ ਤੇ ਵੱਡੇ ਬਾਰ ਨੂੰ ਜਿੰਦਾ ਲਾ ਕੇ ਬੰਦਾ ਪਹਿਰੇ ਤੇ ਗਿਆ ਕਿਉਂ ਆ? ਸਵਾਲ ਇਹ ਪੈਦਾ ਹੁੰਦਾ। ਜਾਂ ਤਾਂ ਕੋਈ ਇਹ ਸਾਨੂੰ ਕਹਿੰਦੇ ਵੀ ਭਾਈ ਉਹ ਆਪਣੀ ਕੋਈ ਨਿੱਜੀ ਕੀ ਉਹਦੀ ਜਾਇਦਾਦ ਸੀ, ਕੋਈ ਜ਼ਮੀਨ ਸੀ, ਕੋਈ ਹੋਰ ਸੀ, ਉਹਦੀ ਉਹ ਰਾਖੀ ਕਰਨ ਗਿਆ, ਜਾਂ ਉਹ ਕੋਈ ਭਾਰਤ ਜਾਂ ਚੀਨ ਦੇ ਬਾਰਡਰ ਤੇ ਜੰਗ ਲੜਨ ਗਿਆ ਵੀ ਭਾਈ ਉਹਦਾ ਉੱਥੇ ਮਾਰਿਆ ਗਿਆ। ਉਹ ਤਾਂ ਜੇ ਗਿਆ ਤਾਂ ਉਹਦਾ ਜਾਣ ਦਾ ਕਾਰਨ ਇੱਕ ਵਾਰ ਨਸ਼ਾ ਚੱਟਾ, ਜਿਹਦੇ ਨਾਲ ਸਾਡੇ ਪੰਜਾਬ ਦੀ ਜਵਾਨੀ ਮਰ ਰਹੀ ਹੈ। ਕਮੇਟੀਆਂ ਬਣ ਰਹੀਆਂ ਨੇ, ਕਮੇਟੀਆਂ ਬਣੀਆਂ, ਕਮੇਟੀਆਂ ਨੇ ਪਿੰਡੋ ਪਿੰਡੀ ਨਾਕੇ ਲਾਏ, ਠੱਲ ਵੀ ਪਈ, ਤਾਂ ਉਹਦਾ ਕਾਰਨ ਉੱਥੇ ਉਹਦਾ ਜਾਣਾ ਬਣਦਾ। ਉਹ ਗਿਆ, ਬੰਦੇ ਆਉਂਦੇ ਆ, ਪਹਿਲਾ ਨਾਕਾ ਤੋੜ ਕੇ ਭੱਜਦਾ, ਦੂਜਾ ਨਾਕਾ ਤੋੜਦੇ ਆ, ਉੱਥੇ ਉਹਦਾ ਕਤਲ ਹੋ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ। ਹੁਣ ਸਰਕਾਰ ਜਾਂ ਪ੍ਰਸ਼ਾਸਨ ਦਾ ਜ਼ੋਰ ਇਸ ਗੱਲ ਤੇ ਲੱਗਿਆ। ਹੁਣ ਕੱਲ ਦੇ 2 ਲੱਖ ਲੈ ਲਓ ਜੀ, 3 ਲੱਖ ਲੈ ਲਓ ਜੀ, 2 ਲੱਖ ਆਹ ਦੇ ਜਾਂਦਾ ਜੀ, 5 ਲੱਖ ਲੈ ਲਓ ਜੀ, ਐਂ ਕਰੀ ਜਾਂਦੇ ਆ ਵੀ ਜਿਹੜੇ ਬੰਦੇ ਕੋਲੇ 2.5 ਕਿੱਲੇ ਪੈਲੀ ਆ, 5-5.5 ਲੱਖ ਰੁਪਇਆ ਕਰਜ਼ਾ ਵੀ ਉਹਦੇ ਸਿਰ ਤੇ ਆ, ਉਹ ਬੰਦਾ ਕੀ ਯਾਰ 5 ਲੱਖ ਰੁਪਇਆ ਕੋਈ ਇੱਥੇ ਭੇਡ ਬੱਕਰੀ ਮਰੀ ਆ, ਇੱਕ ਇਨਸਾਨ ਮਰਿਆ ਯਾਰ, ਉਹ ਮਰਿਆ ਵੀ ਪੁਲਿਸ ਦਾ ਕੰਮ ਕਰਦਾ ਮਰਿਆ, ਜਿਹੜੀ ਡਿਊਟੀ ਪੁਲਿਸ ਦੀ ਆ। ਬਠਿੰਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਯੂਥ ਰੈਲੀ ਕੀਤੀ ਗਈ। ਇਸ ਮੌਕੇ ਸਾਬਕਾ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਨੌਜਵਾਨਾਂ ਨੂੰ ਆਪਣੇ ਹੱਕ ਦੇ ਲਈ ਸੰਘਰਸ਼ ਕਰਨ ਲਈ ਹੱਲਾਸ਼ੇਰੀ ਦਿੱਤੀ ਤੇ ਨਾਲ ਹੀ ਉਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਵੀ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਹਨਾਂ ਪਾਰਟੀਆਂ ਨੇ ਭੰਡੀ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਬਦਨਾਮ ਕੀਤਾ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਦੋਨਾਂ ਨੇ ਰਲ ਮਿਲ ਕੇ ਤੁਹਾਡੀ ਸਿਰਮੌਰ ਪਾਰਟੀ ਨੂੰ 102 ਸਾਲ ਪੁਰਾਣੀ ਪਾਰਟੀ जिन्हें पंजाब की चढ़ती कला वास्ते कुर्बानियां दित्तियां ने, वड्डियां लड़ाइयां लड़ियां ने, उस पार्टी नूं बदनाम कीता, उस लीडरशिप नूं बदनाम कीता जेड़े लीडरशिप तुहाडे इत्थे गवांढ च बचपन तो तुसीं बादल परिवार नूं जानदे हो, 15 साल तो मैनूं जानदे हो, 60 साल तो सुखबीर जी नूं देखिया होया है। इस परिवार नूं जिस नज़दीकी दे नाल तुसीं समझदे हो शायद बाकी पंजाब नहीं समझदा, लेकिन झूठा प्रचार करके सोशल मीडिया दे राही इहो जिहा पंडी प्रचार कीता, नफरत पैदा की ते 5 साल कांग्रेस ने राज किया ते मगरों अकाली दल नूं बाहर रखण वास्ते आपदी वोट ट्रांसफर करके हुण इन्हां नूं राज दे दिता। ते हैरानी दी गल कि जेड़ी SIT बेअदबियां विच जांच करन वास्ते कांग्रेस ने बनाई, जांच करके उस SIT दी रिपोर्ट भगवंत मान ने पेश की थी। आज उस बेअदबी दी रिपोर्ट 1.5 साल तो केस चल भी गया हैगा, उस केस दे विच चलान दे विच ना किसी बादल परिवार दा ना किसी अकाली दल दे वर्कर दा ना अकाली दल दा नामो निशान, ते ओ सारे जेड़े इकट्ठे होके पंडी प्रचार करदे सी हुण सारियां दे मुंह बंद है, हुण कोई कुछ नहीं कहंदा। ओदे बाद सैकड़ों हमले गुरु साहब दे उत्ते होर कीते गए। इत्थे ताईं दरबार साहब विच, सचखंड साहब विच एक बंदे ने अंदर वड़ के हमला करन दी कोशिश कीती ते कांग्रेसियां ने 24 घंटियां दे अंदर बंदे दे ओदा संस्कार करके सारे सबूत मुकाते, कोई कुछ नहीं बोलिया। ते जेड़े नशे दी दूजी साडे उत्ते तोहमतां लाइयां, आज मैं तुहानूं पुछदी हां, इस परिवार नूं तुसीं दहाकियां तो जानदे हो कि असीं नशे बेचदे आए हां, ये मेरे परिवार दा काम है। सुर्खियां खोलो अखबारां दी, ये बच्चियां नूं दसो
8 ਸਾਲ ਪਹਿਲੇ ਜਦ ਅਖਬਾਰਾਂ ਖੋਲਦੇ ਸੀ ਹਰ ਰੋਜ਼ ਕਿਤੇ ਨਾ ਕਿਤੇ ਖਬਰ ਹੁੰਦੀ ਸੀ ਕਿ ਅੱਜ ਸਰਕਾਰ ਨੇ ਇੰਨੇ ਕਿਲੋ ਨਸ਼ਾ ਇਸ ਇਲਾਕੇ ਤੋਂ ਫੜਿਆ, ਅੱਜ ਇਸ ਇਲਾਕੇ ਤੋਂ ਫੜਿਆ ਗਿਆ ਹੈ, ਇਸ ਇਲਾਕੇ ਤੋਂ ਫੜਿਆ ਗਿਆ, ਇੰਨੇ ਬੰਦੇ ਫੜੇ ਗਏ ਨੇ। ਤੇ ਤੁਸੀਂ ਦਿੱਲੀ ਦੇ ਆંકੜੇ ਕੱਢ ਕੇ ਦੇਖੋ, ਜਿੰਨਾ ਨਸ਼ਾ ਤੇ ਲੋਕੀ ਹਿੰਦੁਸਤਾਨ 'ਚ ਫੜੇ ਜਾਂਦੇ ਸੀ ਉਹ ਬਰਾਬਰ ਦੀ ਤੁਹਾਡੀ ਅਕਾਲੀ ਦਲ ਫੜ ਕੇ ਅੰਦਰ ਕਰਦੀ ਸੀ। ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ G20 ਸਿਖਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਭਾਰਤ ਦੀ ਅਗਵਾਈ ਦੀ ਸ਼ਲਾਘਾ ਕੀਤੀ। ਬੰਗਾ ਨੇ ਸੰਮੇਲਨ ਤੋਂ ਹੋਣ ਵਾਲੇ ਆਰਥਿਕ ਲਾਭ, ਦਿੱਲੀ ਐਲਾਨਨਾਮੇ, ਵਿਸ਼ਵ ਬੈਂਕ ਦੇ ਸੁਧਾਰਾਂ ਅਤੇ ਅਫਰੀਕਨ ਯੂਨੀਅਨ ਨੂੰ ਇਸ ਦੇ ਵਿੱਚ ਸ਼ਾਮਲ ਕਰਨ ਬਾਰੇ ਵੀ ਦੱਸਿਆ। ਬੰਗਾ ਨੇ ਕਿਹਾ ਕਿ ਭਾਰਤ ਨੇ ਇੱਕ ਘੋਸ਼ਣਾ ਪੱਤਰ ਉੱਤੇ ਸਹਿਮਤੀ ਹੋਣ ਦੇ ਲਈ ਰਾਸ਼ਟਰਾਂ ਦੇ ਭਾਈਚਾਰੇ ਨੂੰ ਇਕੱਠਾ ਕਰਨ ਦੇ ਵਿੱਚ ਅਗਵਾਈ ਦਿਖਾਈ ਹੈ। G20 ਦੇ ਨੇਤਾਵਾਂ ਨੇ ਦੁਨੀਆ ਲਈ ਇੱਕ ਰਸਤਾ ਤੈਅ ਕਰਨ ਲਈ ਸਹਿਮਤ ਹੋਣ ਦਾ ਸਹੀ ਤਰੀਕਾ ਲੱਭਿਆ ਹੈ। But I think over the course of the G20, India has done a great job on its own image and branding. And I compliment the PM, but all of you, Amitabh and everybody else, on what you've got done. But I think it's excellent that the G20 has included, 1 odd billion people that belong in the African continent. They're full of young people like India. Their aspirations are important for the future. I think this is a really good move. And again, India should be complimented for championing it. But they got support from the other countries, and I'm glad for that. Back to your earlier question, there's a lot of work going on in the World Bank on the reform agenda. It starts from redefining the vision of the bank to not just be focused on poverty, although it's important, but to also include a livable planet. So the idea is to eradicate poverty on a livable planet. And by doing that, you expand the aperture of our view to include climate, pandemics, fragility, things that we are living through and which are intertwined with poverty alleviation. Very difficult to segregate them. The second thing we're putting in there very clearly is a great emphasis on women and young people. Why these two and not everybody else? Everybody else too. But why two specifically? The 50% of the population is women. Even now around the world, labor force participation at the senior most levels of management, or even their compensation or their opportunities for growth and social development are still not where they should be around the world. This is not just a developing country issue. So I'm a believer that we must put 50% of the population in the center of what we try and do. And the second part is young people, because the developing world is full of young people and their aspirations are our future. But the trick is to give them quality of life when they're growing up. Clean air, clean water, education, healthcare. Once they're grown, they need jobs. You do those two things for them and then they become the engine of your future. So our first part is this vision and inclusion. The second part is to get the bank to work better with other partners, other multilateral banks. I just announced a very big partnership with the Inter-American Development Bank on the Amazon, on Caribbean climate, and on digitizing governance. But then there's also the private sector, and we've announced this private sector lab. Actually, Chandra of Tata is one of the members of that, but it's led by Mark Carney and Shriti Vadera. And the idea is to get ideas from the private sector, asset managers and operators, on what the bank can do to help facilitate much more investing in renewable energy in the emerging markets. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ, ਅਰਬ ਅਤੇ ਯੂਰਪ ਦੇ ਵਿਚਕਾਰ ਸਾਂਝ ਵਧਾਉਣ ਲਈ ਆਰਥਿਕ ਗਲਿਆਰੇ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਪ੍ਰੋਜੈਕਟ ਦੇ ਵਿੱਚ ਭਾਰਤ, UAE, ਸਾਊਦੀ ਅਰਬ, ਯੂਰਪੀਅਨ ਯੂਨੀਅਨ, ਫਰਾਂਸ, ਇਟਲੀ, ਜਰਮਨੀ ਅਤੇ ਅਮਰੀਕਾ ਸ਼ਾਮਲ ਨੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਅਤੇ ਯੂਰਪ ਦੇ ਵਿਚਕਾਰ ਇਸ ਰਸਤੇ ਨਾਲ ਦੂਰੀ ਹਜ਼ਾਰਾਂ ਕਿਲੋਮੀਟਰ ਘੱਟ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਭਾਰਤ, ਯੂਰਪ ਅਤੇ ਮੱਧ ਪੂਰਬ ਦੇ ਵਿਚਕਾਰ ਵਪਾਰ, ਆਵਾਜਾਈ, ਸਹੂਲਤਾਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਮੌਕੇ ਵਧਣਗੇ। भारत, मिडल ईस्ट, यूरोप, ये तीनों ऐसे क्षेत्र हैं जिनके बीच में एक बहुत अच्छा अलाइनमेंट है, एक कॉमन थिंकिंग है, शेयर्ड वैल्यूज़ हैं। ऐसे में प्रधानमंत्री जी का बहुत अच्छा विजन था कि किस तरह से हम भारत के जो वेस्ट कोस्ट के पोर्ट्स हैं, गुजरात, महाराष्ट्र, गोवा, कर्नाटक, केरल, इन सब पोर्ट्स से सामान जा सके सीधा मिडल ईस्ट के पोर्ट्स में, सऊदी अरेबिया में, वहाँ से रेलवे लाइन के ज़रिए से जॉर्डन होते हुए सीधा यूरोप पहुँच सके सामान। तो इससे जो आज यूरोप और भारत के बीच में जो दूरी है वो कई हज़ार किलोमीटर कम हो जाएगी, हज़ारों किलोमीटर की दूरी कम होगी। साथ ही साथ भारत, यूरोप और मिडल ईस्ट के बीच में व्यापार बढ़ेगा, ट्रांसपोर्टेशन बढ़ेगा, नई सुविधाएं बनेगी और देश के लिए बहुत सारी नई अपॉर्चुनिटीज़ बनेंगी। एक और इसमें महत्वपूर्ण विषय यह है, भारत की रेलवे से जुड़ी कंपनियां, भारत के रेलवे से जुड़े इंजीनियर्स, भारत के डिज़ाइनर्स,
और रेलवे सेक्टर अपने आप में दुनिया भर में आज पहचाना जा रहा है। तो ये प्रधानमंत्री जी की जो उपलब्धि है, अब ये इस उपलब्धि को विश्व भर में निर्यात करने की क्षमता में हम लोग आएंगे। जैसे डिजिटल में भारत के डिजिटल इंडिया स्टैक को दुनिया भर में एक्सेप्टेंस हुई और आज निर्यात हो रहा है, वो टेलीकॉम में जैसे निर्यात करने लगे, डिफेंस में निर्यात करने लगे, वैसे ही अब रेलवे टेक्नोलॉजी को भी हम एक्सपोर्ट कर पाएंगे इस कॉरिडोर के जरिए से। ਸੋ ਫਿਲਹਾਲ ਦੇ ਲਈ ਪੰਜਾਬ ਨਿਊਜ਼ ਦੇ ਵਿੱਚ ਇੰਨਾ ਹੀ ਤੇ ਹੁਣ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।